हाँ जी, सत श्री अकाल बच्चों साਰਿਆਂ ਨੂੰ। तो बहुत ही इंपॉर्टेंट बच्चों ਆਪਾਂ सीरीज स्टार्ट की हुई है, बट ये सीरीज ਦੇ ਵਿੱਚ बहुत ज़्यादा डिले आ ਜਾਂਦਾ है। डिले ਦਾ ਵੀ ਇੱਕ ਕਾਰਨ ਹੈ, ਬਿਕੋਜ਼ ਆਮ ਤੌਰ ਤੇ ਬਹੁਤ ਬੱਚੇ ਕਹਿ ਦਿੰਦੇ ਆ ਕਿ ਸਾਰੇ ਸੈਸ਼ਨਸ ਤੁਸੀਂ ਰੈਗੂਲਰ ਰੱਖੋ। ਜਿਵੇਂ ਲਾਸਟ ਵੀਡੀਓਜ਼ ਦੇ ਵਿੱਚ ਆਪਾਂ ਦੇਖੀਏ ਤਾਂ ਬਹੁਤ ਕਮੈਂਟ ਐਸੇ ਵੀ ਸੀਗੇ ਕਿ ਸਰ ਪਲੀਜ਼ ਵੀ ਤੁਸੀਂ ਮਤਲਬ 1 ਵੀਕ ਦੇ ਵਿੱਚ ਐਟਲੀਸਟ ਸਾਨੂੰ ਇਹ 5 ਕਲਾਸਿਸ ਜ਼ਰੂਰ ਪ੍ਰੋਵਾਈਡ ਕਰਵਾਇਆ ਕਰੋ। ਅਸਲ ਦੇ ਵਿੱਚ डिले ਦਾ ਮੇਨ ਕਾਰਨ ਕੀ ਹੈ ਬੱਚੋ, ਮੇਰੇ ਦਿਮਾਗ 'ਚ ਚੱਲ ਰਿਹਾ ਸੀਗਾ ਵੀ ਆਪਾਂ ਨੂੰ ਨੋਟੀਫਿਕੇਸ਼ਨ ਬਸ ਆਇਆ ਲਓ, ਕਿਉਂਕਿ ਪਹਿਲਾਂ ਆਪਾਂ ਨਵੇਂ ਸਾਲ ਤੇ ਕਹਿੰਦੇ ਸੀ ਨੋਟੀਫਿਕੇਸ਼ਨ ਆਵੇਗਾ, ਫਿਰ ਲੋਹੜੀ ਵੇਲੇ ਕਹਿੰਦੇ ਸੀ ਨੋਟੀਫਿਕੇਸ਼ਨ ਆਵੇਗਾ। ਸੋ ਇੱਕ ਹਿਸਾਬ ਨਾਲ ਆਪਾਂ ਇਹ ਤਾਂ ਕਹਿ ਸਕਦੇ ਹਾਂ ਵੀ ਧੁੱਪ ਤਾਂ ਜ਼ਰੂਰ ਆਉਣ ਲੱਗ ਗਈ, ਬਟ ਨੋਟੀਫਿਕੇਸ਼ਨ ਹਜੇ ਤੱਕ ਵੀ ਨਹੀਂ ਆਇਆ। ਸੋ ਉਹਦੇ ਨਾਲ ਮਤਲਬ ਕੀ ਹੁੰਦਾ ਵੀ ਇੱਕ ਹਿਸਾਬ ਨਾਲ ਆਪਾਂ ਨੂੰ ਇੱਕ ਆਈਡੀਆ ਜਿਹਾ ਹੋ ਜਾਂਦਾ ਵੀ ਆਪਾਂ ਨੂੰ ਇੱਕ ਫੁੱਲ ਪੈਟਰਨ ਪਤਾ ਲੱਗ ਜਾਂਦਾ, ਸਿਲੇਬਸ ਦਾ ਪਤਾ ਲੱਗ ਜਾਂਦਾ ਜੀ। ਬਹੁਤ ਬੱਚੇ ਕਹਿੰਦੇ ਆ ਪੰਜਾਬ ਜੀਕੇ ਸਟਾਰਟ ਕਰ ਦਿਓ, ਪੰਜਾਬ ਜੀਕੇ ਸਟਾਰਟ ਕਰ ਦਿਓ MCQ ਦੀ ਫਾਰਮ ਦੇ ਵਿੱਚ। ਸੋ ਮੈਂ ਇਹੀ ਚੀਜ਼ ਦਾ ਵੇਟ ਕਰ ਰਿਹਾ ਸੀਗਾ ਵੀ ਬਸ ਆਪਾਂ ਨੂੰ ਇੱਕ ਦਿਨ ਨੋਟੀਫਿਕੇਸ਼ਨ ਆ ਜਾਊਗਾ ਐਂ ਕਰਦੇ ਫਿਰ ਆਪਾਂ ਨਵੇਂ ਸਾਲ ਦੇ 15 ਦਿਨ ਟਪਾਤੇ। तो फाइनली फिर मैं सोचा चल ठीक है, अज संडे ही सही यार भी आप अज बच्चों को कुछ फिर मटीरियल वधिया प्रोवाइड करवाइए, ठीक है ना। डिले का मेन कारण यही सीगा, जदों एक बार नोटिफिकेशन आ गया उस तो बाद ਤਾਂ ਤੁਹਾਨੂੰ जीके मैथ रीजनिंग मैं कहना किसी भी सबजैक्ट ਦੇ ਵਿੱਚ 1% भी दिक्कत नहीं आऊगी। ਜਿਵੇਂ ਪੰਜਾਬੀ 'ਚ ਕਹਿੰਦੇ ਨਹੀਂ ਹੁੰਦੇ ਵੀ ਸਾਰਾ ਮਸਾਲਾ ਸਾਰਾ ਕੰਟੈਂਟ ਆਪਣਾ ਹਮੇਸ਼ਾ ਤਿਆਰ ਹੀ ਹੁੰਦਾ। ਬਸ ਮੇਨ ਕਾਰਨ ਇਹੀ ਹੁੰਦਾ ਵੀ ਕਿਹੜਾ ਪਤਾ ਲੱਗ ਜੇ ਵੀ ਆਪਾਂ ਰੈਂਡਮਲੀ ਵੀ ਪਾਗਲਾਂ ਵਾਂਗੂ ਪੜ੍ਹੀ ਚੱਲ ਗਏ ਹਨਾ, ਕਿ ਦਿਨ ਰਾਤ ਆਪਾਂ ਇੱਥੇ ਲਾਈਵਸ ਨੂੰ ਪੜ੍ਹਾਈ ਚੱਲ ਗਏ ਜਾਂ ਕੁਝ ਵੀ ਹੈ। ਉਹਦਾ ਆਊਟਪੁੱਟ ਕੀ ਹੈ? ਮੇਨ ਤਾਂ ਆਊਟਪੁੱਟ ਹੈ, ਮੇਨ ਤਾਂ ਆਪਾਂ ਐਗਜ਼ਾਮ ਕਰੈਕ ਕਰਨਾ ਹੈ, ਆਪਾਂ ਉਹਨੂੰ ਸਕਾਲਰ ਤਾਂ ਬਣਾਉਣਾ ਨਹੀਂ। तो वो मेरा मेन फोकस यही होंगे भी कि सारा नोटिफिकेशन आने तो बाद अपन सारा कुछ की है क्लीयर हो जाऊगा, ठीक है ना। तो बाकी फिर तुहानू पता ही है, बाकी तुहानू की पता ही है कि अपनी जी ग्रुप सी दी पोस्टां होंदियां ਉਹਦੇ ਵਿੱਚ ਭਾਈ ਉਹਨਾਂ ਨੇ ਪੰਜਾਬੀ ਲਾਜ਼ਮੀ ਕਰਤੀ। ਹੁਣ ਉਹ ਪੰਜਾਬੀ ਦੇ ਰਿਗਾਰਡਿੰਗ ਬੱਚੇ ਬਹੁਤ ਡੇਲੀ ਕੁਐਰੀਜ਼ ਸੈਂਡ ਕਰਦੇ ਆ, ਫੋਨ ਕਾਲਿੰਗ ਕਰਦੇ ਆ, ਮੈਸੇजेस ਭੇਜਦੇ ਆ ਆਪਦੇ। ਉਹਦਾ ਹਜੇ ਬੱਚੋ ਫੁੱਲ ਸਿਲੇਬਸ ਦਾ ਕੋਈ ਨੋਟੀਫਿਕੇਸ਼ਨ ਨਹੀਂ ਆਇਆ। ਹਾਂ ਬਹੁਤ ਥਾਵਾਂ ਤੇ ਮਤਲਬ ਸਿਲੇਬਸ ਸਟਾਰਟ ਜ਼ਰੂਰ ਹੋ ਗਿਆ। ਉਹ ਉਨੀ ਕਿ ਪੰਜਾਬ ਜੀਕੇ ਤਾਂ ਫਿਰ ਆਪਾਂ ਨੂੰ ਆਮ ਹੀ ਆਉਂਦੀ ਹੈ। ਕੋਈ ਪੰਜਾਬ ਜੀਕੇ ਦਾ ਆਪਾਂ ਕਹਿ ਦਈਏ ਪੰਜਾਬੀ ਦਾ ਕੋਈ ਲਿਟਰੇਚਰ ਪੜ੍ਹਾ ਰਿਹਾ ਹੈ, ਕੋਈ ਗ੍ਰਾਮਰ ਪੜ੍ਹਾ ਰਿਹਾ ਹੈ, ਉਹ ਤਾਂ ਬੇਸਿਕਲੀ ਸਾਰਾ ਕੁਛ ਆਪਾਂ ਆਪ ਹੀ ਪੜ੍ਹਦੇ ਹੀ ਹਾਂ ਜੇ ਆਪਾਂ ਹੁਣ ਤੱਕ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕੀਤੀ ਹੈ। ਸੋ ਉਹਨੂੰ ਲੈ ਕੇ ਵੀ ਬੜਾ ਇਨਸਿਕਿਉਰ ਨਾ ਫੀਲ ਹੋ ਵੀ ਮੈਨੂੰ ਤਾਂ ਸਿਲੇਬਸ ਨਹੀਂ ਪਤਾ ਲੱਗ ਰਿਹਾ, ਮੇਰਾ ਤਾਂ ਪੇਪਰ ਮੂਰਲੇ ਮਹੀਨੇ ਹੈ। ਉਹ ਸਾਰੇ ਪੰਜਾਬ ਨੂੰ ਨਹੀਂ ਪਤਾ ਲੱਗ ਰਿਹਾ। ਕੋਈ ਐਂ ਨਹੀਂ PSSB ਦਾ ਕੋਈ ਇਕੱਲੇ ਆਪਣਾ ਦੁਸ਼ਮਣੀ ਹੈ, ਉਹਦੇ ਸਾਰੇ ਪੰਜਾਬ ਨੂੰ ਨਹੀਂ ਦੁਸ਼ਮਣੀ ਹੈ ਵੀ ਕਮਾਲ ਕਰੀ ਜਾਂਦੇ ਹੋ। ਉਹ ਸਾਰਿਆਂ ਨੂੰ ਇਕੱਠੇ ਦੱਸਣਗੇ, ਨਹੀਂ ਪਤਾ ਮਹੀਨਾ ਪਹਿਲਾਂ ਦੱਸਣ, ਅਜੇ ਨਹੀਂ ਪਤਾ 1.5 ਮਹੀਨਾ ਪਹਿਲਾਂ ਦੱਸਣ। ਹਜੇ ਇਹ ਵੀ ਅੰਦਾਜ਼ਾ ਹੀ ਹੈ ਵੀ ਉਹ ਪੰਜਾਬੀ ਦਾ ਪੇਪਰ ਆਪਣਾ 100 ਨੰਬਰ ਦਾ ਹੋਊਗਾ, 120 ਦਾ ਹੋਊਗਾ। ਹਾਂ ਇੰਨਾ ਤਾਂ ਮੰਨ ਕੇ ਚਲੋ ਪੇਪਰ ਆਬਜੈਕਟਿਵ ਹੀ ਹੋਊਗਾ, ਕਿਉਂਕਿ ਸਬਜੈਕਟਿਵ ਲੈਣ ਦੀ ਕੋਈ ਤੁੱਕ ਨਹੀਂ ਬਣਦੀ। ਬਾਕੀ ਸਬਜੈਕਟਿਵ ਪੇਪਰ ਲੈਣ ਵਾਸਤੇ, ਕੰਡਕਟ ਕਰਨ ਵਾਸਤੇ ਬਹੁਤ ਖਰਚਾ ਪਾਣੀ ਚਾਹੀਦਾ, ਬਹੁਤ ਮਤਲਬ ਕਿਸੇ ਨੂੰ ਇਨਫਰਾਸਟਰਕਚਰ ਚਾਹੀਦਾ। ਉਹ ਥੋੜਾ ਜਿਹਾ ਵੱਡਾ ਲੌਂਗ ਪ੍ਰੋਸੈਸ ਆ ਜਾਂਦਾ। ਉਹ ਤਾਂ ਫਿਰ ਮੇਨਸ ਵਾਲਾ ਕੰਮ ਹੋਗਾ, ਜਿਵੇਂ ਆਪਾਂ UPSC 'ਚ ਆਪਾਂ ਆਨਸਰ ਰਾਈਟਿੰਗ ਦਾ ਪੇਪਰ ਦਿੰਦੇ ਹੁੰਦੇ ਹਾਂ, ਠੀਕ ਹੈ ਨਾ। ਬਾਕੀ ਆਪਣੇ UPSC ਤੋਂ ਯਾਦ ਆ ਗਿਆ, ਜਿਹੜੀ ਇਹਨਾਂ ਨੇ ਬੱਚੋ ਪੰਜਾਬੀ ਦੀ ਗੱਲ ਕਹੀ ਹੈ, ਇਹ ਕਹਿੰਦੇ ਗਰੁੱਪ C ਦੀਆਂ ਪੋਸਟਾਂ ਵਾਸਤੇ ਲਾਜ਼ਮੀ ਹੈ। ਤੇ ਇੱਕ ਗੱਲ ਆਪਣੀ ਕਲੀਅਰ ਹੈ ਵੀ ਇਕੱਲੀ ਪੰਜਾਬੀ ਕਹਿੰਦੇ ਤੁਹਾਨੂੰ ਆਉਣੀ ਚਾਹੀਦੀ ਹੈ ਜੇਕਰ ਤੁਸੀਂ ਕਲੈਰੀਕਲ ਲੈਵਲ ਦਾ ਪੇਪਰ ਕਰੈਕ ਕਰਨਾ ਹੈ, ਕਲੈਰੀਕਲ ਲੈਵਲ ਦੀ ਜੌਬ ਲੈਣੀ ਹੈ। ਜੇਕਰ ਤੁਸੀਂ ਅਫਸਰ ਬਣਨਾ ਹੈ ਤਾਂ ਸਰਕਾਰ ਦਾ ਮਤਲਬ ਇਹੀ ਹੈ ਵੀ ਅਫਸਰ ਆਪਾਂ ਬਾਹਰਲੇ ਲਾਵਾਂਗੇ ਤੇ ਪੰਜਾਬੀਆਂ ਨੂੰ ਆਪਾਂ ਕਲਰਕ ਵਾਸਤੇ ਹੀ ਰੱਖਾਂਗੇ। ਜੇ ਤਾਂ ਪੰਜਾਬੀ ਲਾਜ਼ਮੀ ਕਰਨੀ ਹੈ ਫਿਰ ਤਾਂ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਹੋਣੀ ਚਾਹੀਦੀ ਹੈ। ਫਿਰ ਇਕੱਲੇ ਗਰੁੱਪ C ਵਾਲੇ ਕਿਉਂ ਤੰਗ ਕਰਿਆ ਬਈ? ਤੁਸੀਂ ਅਫਸਰਾਂ ਨੂੰ ਜਿਹੜੇ ਅਫਸਰ ਲਾਉਣੇ ਹੈ ਉਹ ਜੀ ਪੰਜਾਬੀ ਫਿਰ ਲਾਜ਼ਮੀ ਹੋਣੀ ਚਾਹੀਦੀ ਹੈ। ਸੋ ਹਜੇ ਵੀ ਕਾਫੀ ਮਤਲਬ ਲੌਂਗ ਡਿਬੇਟ ਹੈ। ਬਾਕੀ ਦੇਖੋ ਹਲੇ ਕੀ ਮਤਲਬ ਰਿਜ਼ਲਟ ਹਜੇ ਕੋਈ ਨਿਕਲਿਆ ਨਹੀਂ, ਨਾ ਹੀ ਹਜੇ ਪੈਟਰਨ ਦਾ ਪਤਾ, ਨਾ ਹੀ ਸਿਲੇਬਸ ਦਾ ਪਤਾ। तो मुड़ मुड़ के मैं सोचा भी यार क्यों बच्चों ने फिर टाइम खराब किया। फिर फाइनली आप 17वीं क्लास पाई देने भी ये तो कुछ दस ही नहीं रहे, तो आप तो माड़ा मोटा फिर आपकी पढ़ाई जारी रखिए। तो कुल मिला के जारी रखनी भी कितनी है वो फिर तुहानूं भाई पता ही है। वैसे तो ये ऑलरेडी पंजाब का सब तो ज़्यादा स्टूडेंट इस बैच तो तैयारी कर रहा है, तो बहुत कॉन्फिडेंट भी फील कर रहा है, क्योंकि उन्होंने पता है भी इस नंबर 1 बैच के नंबर 1 तैयारी है तो क्वालिटी कंटेंट है। सारे मॉड्यूल टॉप क्लास मिलेंगे, सारे मॉड्यूल। ये चीज़ है तुसीं इन्फॉर्मेशन जो कोई लैनी भी है इस बैच के रिगार्डिंग बच्चों तो तुसीं इस नंबर पर भी कॉल करके आपका कन्फर्म कर सकते हो। कोई भी डाउट है, क्वेरी है, तुसीं इस नंबर पर कॉल कर सकते हो। कोशिश करा करो भी वर्किंग डेज के 1 बजे तो बाद कॉल करा करो। अज वैसे संडे अज भी कर सकते हो, ठीक है ना। ये सारा कंप्लीट बैच है नंबर 1। ये देखना कितने है तुहाडे फोन के विच ये ऐप होनी बहुत जरूरी है जेकर तुसीं 2023 के विच कोई भी गौरमेंट जॉब की तैयारी करनी है। थोड़ी इस ऐप बिना जिवें कह दिए पंजाबी च गुजारा ही नहीं। इस ऐप बिना जो इस ऐप इस कोर्स नहीं टप रहे तो किते ना किते थोड़ी तैयारी च कमी आऊगी आऊगी। ये मैं नहीं कहता, बच्चे खुद कहते हैं, ठीक है ना। तुसीं भी कहोगे तो कुल मिला के ये ऐप तुसीं फिर डाउनलोड करनी है रुपिंदर सिद्धू अकैडमी प्ले स्टोर पर जाके। जिन्होंने बच्चों को आईफोन है वो भाई डाउनलोड करनगे क्लास प्लस
उदों बाद एक कोड फिल करना हुंदा है, तो कोड अपना 5 अखर दा QUQUL, ठीक है ना। तो फिर विदाउट एनी डिले बच्चों अज का फिर आप सैशन करने जा रहे हैं स्टार्ट। बहुत ही इंटरेस्टिंग क्वेश्चंस, बहुत ज्यादा, हमेशा की तरह तुहानूं पता ही है सारा कंटेंट ये क्लास होगा, किते ऐ ना मन्नो भी ये क्लासां फ्री दी आम तौर पर ये कंटेंट है ਜਿਹੜਾ ਤੁਸੀਂ ਕਿਤੇ ਪੇਡ ਕੋਰਸਾਂ ਦੇ ਵਿੱਚ ਵੀ ਉਹਨਾਂ ਨੇ ਪੜਿਆ ਹੋਣਾ, ਜਿੰਨਾ ਤੁਸੀਂ ਇਹ 17 ਕਲਾਸਾਂ ਦੇ ਵਿੱਚ ਪੜ੍ਹ ਲਓਗੇ। ਨਾਲੇ ਫ੍ਰੀ ਨਹੀਂ ਹੈਗਾ ਇਹ, ਤੁਹਾਨੂੰ ਮੈਂ ਹਰ ਇੱਕ ਕਲਾਸ 'ਚ ਕਹਿਣਾ ਹੁੰਦਾ ਵੀ ਇਹਦੀ ਫੀਸ ਹੈਗੀ ਹੈ, ਉਹ ਗੱਲ ਵੱਖਰੀ ਹੈ ਵੀ ਆਪਾਂ ਭਰਦੇ ਨਹੀਂ। ਮੈਂ ਤੁਹਾਨੂੰ ਕੀ ਕਹਿਣਾ ਹੁੰਦਾ ਵੀ ਹਰ ਇੱਕ ਬੱਚਾ ਸੈਸ਼ਨ ਨੂੰ ਸ਼ੇਅਰ ਕਰਿਆ ਕਰੇ, ਇਦੋਂ ਵੱਡੀ ਫੀਸ ਕੋਈ ਹੈ ਹੀ ਨਹੀਂ ਮੇਰੇ ਹਿਸਾਬ ਨਾਲ, ਕੌਲੀ ਵਾਲੇ ਆਪਾਂ ਨਹੀਂ ਕਰਦੇ। ਮੈਂ ਤੁਹਾਨੂੰ ਕਮੈਂਟ ਕਿਹਾ ਵੀ ਕਮੈਂਟ ਗਾਲ ਦਿਆ ਕਰੋ, ਓਏ ਉਤੋਂ ਕਮੈਂਟ ਵੀ ਨਹੀਂ ਹੁੰਦੇ। ਕੁੱਲ ਮਿਲਾ ਕੇ ਫੀਸ ਤਾਂ ਇਹ ਹੈਗੀ ਹੈ, ਪਰ ਤੁਸੀਂ ਇਹ ਭਰ ਨਹੀਂ ਰਹੇ ਵੀ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ। ਜੇ ਚੰਗਾ ਲੱਗੇ ਚੰਗਾ ਕਰਦਿਆ ਕਰੋ, माड़ा भी कर सकते, कोई चक्कर वाली गल, होर इंप्रूवमेंट कर लांगे। तो पहला सवाल बच्चा अपना डे का आ गया, कहते नैशनल सेफ्टी डे के रिगार्डिंग आ अपने को 3 स्टेटमेंट है। मैं इधरले पासे खड़ा, किधरले पासे, इधर ही ठीक है ना, इधर ठीक है, हाँ चलो, हाँ दसो फिर। कहते इनू सैलीब्रेट करता है अपना, कहते मिनिस्ट्री ऑफ रोड ट्रांसपोर्ट एंड हाईवे ऑफ इंडिया। इस स्टेटमेंट में कहते आप इमोशनल भी जो भी आप सेफ्टी की गल करते हैं, खास करके ठंड के दिनों के तुहानूं पता है भी लोग अखबारां ते बड़े बड़े आर्टिकल छापते सी भी लोड़ पैन ते बाहर निकलो, भी जान तो उत्ते दुनिया दे विच कोई चीज़ नहीं, भी ना आपदी मौत मतलब आप घरे लियाओ जां आपदी मौत आप सहेड़ो, भी कुल मिला के सेफ्टी रखो। तां ये सवाल बनाया है, तो ये बनाउंदा कौन है? ये गलत है, क्योंकि इहदे वास्ते बच्चों एक नैशनल सेफ्टी काउंसिल है, नैशनल सेफ्टी काउंसिल है, उही नैशनल सेफ्टी डे नूं सैलीब्रेट करता है। ਇਹਦੇ ਵਿੱਚ रोड ट्रांसपोर्टेशन एंड हाईवे का कोई काम नहीं हैगा। सो स्टेटमेंट पहली अपनी भाई की होगी, गलत होगी। दूजा थीम भी अपना इमोशनल करने वाला है, भी जो भी आप ट्रांसपोर्टेशन की गल करते हैं तो आप रोड सेफ्टी की गल करते हैं। सो कहते इसका थीम की है रोड सेफ्टी, ये भी गलत है, क्योंकि इस बार का थीम इन्हों का प्यारा सीगा, जो अपना नौजवान है भी ये मौत ना खेडते हैं, ये खतरिया ना खेडते हैं, ये बड़ी हार्श ड्राइविंग करते हैं, रूल्स घट फॉलो करते हैं, भी नाल वाले ना गड्डी बैठे रेसां ला लेंदे है, भी आ मूहरे किवें टप गया, किदां ब्रेकां लाउंदे है, घकाउंदे है, भी इहदे विच जिहड़े यंग माइंड है उन्होंने नर्चर करने की कोशिश की गई। जो इस बार थीम सी नर्चर यंग माइंड, इस बार का थीम की इसमें लिखी देना है नर्चर यंग माइंड, नर्चर यंग माइंड। 5 सेकंड पिछे क्रॉसिंग करने पिछे बंदा सारी उम्र के लिए क्रॉस कर जाता है, नर्चर यंग इंडिया लिखता कितों होकर गए नर्चर, हाँ नर्चर यंग माइंड, डेवलप अ सेफ्टी कल्चर, डेवलप अ सेफ्टी कल्चर। सो ये इस बार का बच्चों थीम है। फिर कहते ये दिन पहली बार बनाया गया 4 मार्च 1972 को। बस आ एक फैक्चुअल जा स्टेटमेंट है जोड़ा कि तुहानूं पता होनी चाहिए है। सो पहले का जवाब फिर आपां नूं मिल गया भाई, पहले का जवाब अपना आंसर सी है, ओनली 3, ठीक है ना। इतों ये पता लग गया भी ये मार्च महीने का दिन है। पेपर वाला आपको डायरैक्ट ये सवाल भी पूछ सकता है, आपको थीम भी पूछ सकता, कला कौन सैलीब्रेट करता है ये भी पूछ सकता है। तो पहले क्वेश्चन के 3 सवाल बन सकते हैं जो पेपर वाला बना सकता है, ठीक है ना। चलो भी दूजा कहते आप ट्रांसबाउंडरी रिवर की गल करते हैं। ट्रांसबाउंडरी रिवर का बच्चों मतलब की होंगे, जिहड़ी रिवर 2 मुल्कों में क्रॉस करती है, जिवें कोई रिवर इंडिया ते नेपाल दी है, कोई रिवर इंडिया ते बांग्लादेश है, कुछ रिवर अपनी इंडिया ते पाकिस्तान दी है, वो ट्रांसबाउंडरी रिवर होगी। ट्रांसबाउंडरी कहते किहड़ी रिवर जिहड़ी कहते ट्रांसबाउंडरी है मतलब इंडिया ते बांग्लादेश है, पर कहते शुरू होंदी है अपने मिजोरम दे विचों। सवाल होर भी टफ आ गया। अगेन ये 4 स्टेटमेंट है, तो पेपर वाला 4 अलग अलग बना के भी आपको पूछ सकता है। सो पहले 2 सवालों के आप 7 पॉइंट कवर करने जा रहे हैं। फैनी रिवर, फैनी रिवर बच्चों ये अपनी चलती है त्रिपुरा ते बांग्लादेश, त्रिपुरा ते बांग्लादेश। तो पेपर वाला सीधा पूछ सकता है भी की फैनी रिवर अपनी ट्रांसबाउंडरी रिवर है, आप टिक लावांगे बिल्कुल सही है जी। ये कितों फ्लो करती है, आप टिक लावांगे त्रिपुरा ते बांग्लादेश। वैसे तुहानूं पता है मैं ये याद किवें करी है, मूरले अखर याद किए है, जिवें आ बन गया एफ, आ बन गया टी ते आ बन गया वी। ते अज तक सुखना फिर अपना फेवरेट चैनल किहड़ा सीगा, FTV फैशन टीवी शो आ गया। हाँ वो गल वक्री है, इत्थे वी बांग्लादेश वाली आ गई, ठीक है ना। फिर अपना आ गया तीस्ता, तीस्ता रिवर बच्चों फ्लो करती है अपना सिक्किम दे विचों, तीस्ता रिवर फ्लो करती है सिक्किम दे विचों। फिर अपना आ गया वैस्ट बंगाल, ते बच्चों तीसरे नंबर ते अगेन अपना आ गया बांग्लादेश। तो एक गल तो क्लीयर होगी भी आ 4 नदियां ये ट्रांसबाउंडरी है,
क्योंकि ये इंडिया ते बांग्लादेश वालियां है। बाकी तीस्ता रिवर तां इन्नी मेन है, तीस्ता रिवर तां इन्नी मेन है। तीस्ता रिवर नूं लाइफ लाइन ऑफ सिक्किम कहंदी है, लिख के रख लो। जिवें पिछे आपां नर्मदा बारे पढ़ के आए सीगे, तो तीस्ता रिवर नूं की कहंदे आ, लिख के रख लो, लाइफ लाइन ऑफ सिक्किम। भी समझ लो जिउंदे ही सिक्किम अपनी इस नदी करके है। फिर अपना आ गया अतराई। अतराई बच्चों ये अपनी चलती है वैसट बंगाल एंड बांग्लादेश। तो हजे तक आपको सवाल का जवाब मिलिया नहीं, क्योंकि आप इंडिया के बांग्लादेश की रिवर दसनी है जी मिजोरम वाली है, तो वो हैगी है फिर सब तो मेन रिवर बांग्लादेश की बच्चों कर्णफुली। कुल मिला के ये अपना आ गया जवाब, ये अपना की है मिजोरम एंड बांग्लादेश। मिजोरम एंड बांग्लादेश, ये चीज आप याद रखनी है। बाकी कर्णफुली वो रिवर है जो अपने बांग्लादेश का सब तो मेन शहर है बच्चों। बांग्लादेश का सब तो मेन शहर किहड़ा है? चिटागांग। किहड़ा है? चिटागांग। जे मान लो सवाल आ गया भी चिटागांग किस रिवर के कंढे ते है, तो आप अगेन टिक लावांगे कर्णफुली। तो कुल मिला के सवाल बहुत टफ है, बट अगेन अपने पंजाब वाले हर स्टेटमेंट का सवाल बना सकते हैं। कुल मिला के जवाब मिल गया, ये आ गया बच्चों ओनली 4। ओनली 4। तो कोशिश करनी है मेरा सैशन तां लाउणा है जे तुहाडा वाकई मन हैगा पेपर क्रैक करन दा। तो वो मन किवें होऊगा? कापी पेन लैके बैठना, फार्मैलिटियां करन दी कोई जरूरत नहीं है, क्योंकि आपां नूं इस वीडियो का कोई पैसा नहीं आउंदा। समझ गए मेरी गल? ये वीडियो फ्री ऑफ कॉस्ट है, बट तुसीं इहनूं पूरा सीरीयसनेस तरीके नाल लाउणा, जे फीस भरी हुंदी है। लो भी पॉलिटी के सवाल अज बहुत घैंट घैंट आप डिस्कस करांगे। पहला सवाल आ गया, तुहानूं पता है एक विरोधी धिर का नेता हुंदा है जिन्होंने आपां कहने लीडर ऑफ अपोजिशन, जो आम तौर पर आप अपने देश च की सुनते हैं भी विरोधी धिर गैब है। तो कुल मिला के सवाल भी गैब ही है, समझने आप किवें? कहंदे लीडर ऑफ अपोजिशन, कहंदे ये एक कॉन्स्टिट्यूशनल ऑफिस है। मैं मन के चलदा है जो बच्चा मेरी वीडियो देख रहा है उन्हें मेरे तो सारी पॉलिटी वधिया तरीके नाल पढ़ी हुई है, तो मैं तुहानूं अज तक लीडर ऑफ अपोजिशन किसी संविधान के आर्टिकल च लिखाए? जो मैं लिखाए नहीं फिर तुसीं ठंग मारनी नहीं, याद रखियो, क्योंकि लीडर ऑफ अपोजिशन का अपने संविधान दे विच कोई जिक्र नहीं है। दूजा सवाल है असली तां, क्योंकि तुहानूं पता है विरोधी धिर का नेता उस पार्टी वजों चुनिया जाता है जिस पार्टी कोले फिर कहते 10% की है सीटां होण। हुण समझिया पूरी? कहते 10% जो रूल है, कहते ये रूल दिता गया है सैलरी एंड अलाउंसेस ऑफ लीडर ऑफ अपोजिशन इन द पार्लीमेंट एक्ट 1977। हुण देखो कि डी इमोशनल करने वाली स्टेटमेंट है, जमा सही है, एक्ट भी जमा सही है। असल दे विच ना इस एक्ट दे विच ही लीडर ऑफ अपोजिशन का जिहड़े पोस्ट है इहदी रिकोगनीशन की गई भी हाँ ये पोस्ट हैगी आ भाई, बट जमा स्टार्ट कित्थों हुंदा है? कहंदे 10% का रूल भी इहदे विच है। नहीं, इस एक्ट ने यह रूल नहीं दिता, ये असल दे विच 10% का चल पिया रिवाज। हुण रिवाज किवें चल पिया ध्यान नाल सुन लो, क्योंकि जिहड़ा 10% का रूल है ना ये दिता सी अपना पहला स्पीकर। अपनी लोक सभा का बच्चों पहला स्पीकर कौन सी? जी.वी. मवलानकर। कौन सीगा? जी.वी. मवलानकर। जी.वी. मवलानकर। ये असल दे विच पहले स्पीकर जी.वी. मवलानकर ने रूल देता सी, तां ये 10% वाले रूल नूं आपां मवलानकर रूल कह दिंदे हैं भी विरोधी धिर दा नेता आपां उस पार्टी वल्लों चुनांगे जिस पार्टी कोल 10% सीटां होण। बस ये रिवाज बन गया, ये ना कि इस एक्ट दे विच डिफाइन किया गया है। सो आ स्टेटमेंट भी होगी भाई गलत, ते आपां नूं पुछया सही, आपां दसना सही है बट स्टेटमेंट दोनों ही गलत है। तो आंसर आ गया डी। आंसर की आ गया? डी। हुण जदों भी मान लो एक चीज मैं होर दसदा, नोट्स बनाउण दा सही तरीका की मैं आप खुद यूज करदा हुंदा। जिथे किते हिस्टरी का क्वेश्चन आ जाए, पॉलिटी का आ जाए, कोई भी हो जोग्राफी का आ जाए, हमेशा नाल आपदी कापियां भी रखिया करो, तां कि नोट्स बनाउण दा थोड़ा जिहा शौक पालो। भी फॉर एग्जाम्पल पॉलिटी के नोट्स तुहाडे कोल पिया होवे, जे तुहानूं लगदा भी मैं पॉलिटी दे उत्थे नोट करन दी कोशिश करो जिथे आपां उस चीज़ दा जिक्र कीता होए। जिवें अज सवाल इहो जिहे बहुत आउणगे, क्योंकि हो सकदा तुहानूं कापी ते नोट करन दी जरूरत पवे ही ना, उस जस्ट अपनी की है रिवीजन ही हो जाए। समझ गए? हुण जिवें आ अगला सवाल आ गया, इहदे विच स्पोर्ट्स खेडां वाला आ गया, कहंदे पहला क्या गेम सी यार ये? वैसे पाकिस्तान सानूं पता है इंग्लैंड खेड के आई है, इंग्लैंड ने पाकिस्तान वाले खुले।
ਆਹ ਨਿਊਜ਼ੀਲੈਂਡ ਵਾਲੇ ਹੈ, ਇਹ ਵੀ ਸੀਰੀਜ਼ ਜਿੱਤਿਆ ਹੈ। ਸੋ ਮਾੜਾ ਟਾਈਮ ਚੱਲੀ ਜਾਂਦਾ ਭਾਈ ਪਾਕਿਸਤਾਨ 'ਚ ਮਸਾਂ ਤਾਂ ਖੇਡਾਂ ਹੋਣ ਲੱਗੀਆਂ ਤੇ ਉਹ ਜਿੱਤੀ ਜਾਂਦੇ ਆ, ਜਿਹੜੇ ਉੱਥੇ ਖੇਡਣ ਆਉਂਦੇ ਆ ਵਿਚਾਰਿਆਂ ਨੂੰ ਟਰੋਫੀ ਮਿਲ ਨਹੀਂ ਰਹੀ। ਆਹ ਤਾਂ ਜਮੀ ਗਰਦ ਕੱਢਤੀ। ਕਹਿੰਦੇ ਪਹਿਲੀ ਟੀਮ ਕਿਹੜੀ ਬਣ ਗਈ, ਉਹ ਤੁਹਾਨੂੰ ਪਤਾ ਬੱਚੋ ਜਿਹੜਾ ਟੈਸਟ ਮੈਚ ਹੁੰਦਾ ਇਹ ਹੁੰਦਾ 5 ਦਿਨਾਂ ਦਾ ਮੈਚ, 5 ਦਿਨਾਂ ਦਾ ਮੈਚ ਹੁੰਦਾ, 5 ਡੇ ਮੈਚ ਹੁੰਦਾ। ਪਤਾ ਨਹੀਂ ਕੀ 5 ਐਮ ਪੈ ਗਿਆ ਬਾਬਾ, 8 PM ਨਾ ਪੈ ਗਿਆ, 5 ਹੀ ਪਿਆ। ਕੁੱਲ ਮਿਲਾ ਕੇ ਮੈਂ ਲਿਖ ਹੀ ਦਿੰਦਾ ਜਿਹੜਾ ਬੱਚੋ ਟੈਸਟ ਮੈਚ ਹੁੰਦਾ ਹੈ ਇਹ ਹੁੰਦਾ 5 ਡੇ ਦਾ ਮੈਚ। ਕਹਿੰਦੇ ਪਹਿਲੇ ਦਿਨ ਟੈਸਟ ਮੈਚ ਦੇ ਪਹਿਲੇ ਦਿਨ 500 ਰਨ ਸਕੋਰ ਕਰਨ ਵਾਲੀ ਟੀਮ ਕਿਹੜੀ ਆ ਬਈ ਓਏ। ਤੁਹਾਨੂੰ ਪਤਾ ਹੀ ਹੈ ਇਸ ਸਮੇਂ ਦੁਨੀਆ ਦੇ ਵਿੱਚ ਸਭ ਤੋਂ ਤਾਬੜਤੋੜ ਕ੍ਰਿਕਟ, ਪੂਰੀ ਧੁੱਕੀ ਕੱਢਣ ਵਾਲੀ ਕ੍ਰਿਕਟ ਬੱਚੋ ਕੌਣ ਖੇਡ ਰਿਹਾ ਹੈ? ਇੰਗਲੈਂਡ ਖੇਡ ਰਿਹਾ ਹੈ। ਇੰਗਲੈਂਡ ਇਹ ਗਰਦ ਕੱਢੀ ਤੁਰੀ ਜਾਂਦੇ ਹੈ। ਇਹਨਾਂ ਨੇ ਇਹ ਕਾਰਨਾਮਾ ਕੀਤਾ ਬੱਚੋ, ਇੰਗਲੈਂਡ ਨੇ ਕਿੱਥੇ ਕੀਤਾ ਹੈ? ਰਾਵਲਪਿੰਡੀ ਕ੍ਰਿਕਟ ਸਟੇਡੀਅਮ ਦੇ ਵਿੱਚ। ਰਾਵਲਪਿੰਡੀ ਕ੍ਰਿਕਟ ਸਟੇਡੀਅਮ ਦੇ ਵਿੱਚ ਇਹ ਕਾਰਨਾਮਾ ਕੀਤਾ ਗਿਆ ਵੀ ਭਾਈ ਇੱਕੋ ਦਿਨ ਪਹਿਲੇ ਦਿਨ ਦੇ ਵਿੱਚ ਹੀ ਇੰਗਲੈਂਡ ਨੇ ਮਤਲਬ ਪਾਕਿਸਤਾਨ ਦੇ ਬੋਲਰਸ ਨੇ ਪੂਰੀ ਖੂਬ ਦੁਨਾਈ ਕੀ। ਜਿਵੇਂ ਅਖਬਾਰ ਤੇ ਲਿਖਿਆ ਹੁੰਦਾ ਪਹਿਲੇ ਦਿਨ 4 ਖਿਡਾਰੀਆਂ ਨੇ ਸੈਂਚਰੀਆਂ ਮਾਰੀਆਂ। ਉਹ ਜੈਕ ਕਰੌਲੀ, ਬੈਨ ਡਕਟ, ਓਲੀ ਪੋਪ, ਹੈਰੀ ਬਰੁਕਸ ਜਿਹੜਾ ਆਪਣਾ IPL 'ਚ ਬਹੁਤ ਮਹਿੰਗਾ ਵਿਕਿਆ। ਇੱਕ ਦਿਨ ਦੇ ਵਿੱਚ 4 ਖਿਡਾਰੀਆਂ ਨੇ ਸੈਂਚਰੀਆਂ ਮਾਰੀਆਂ, 500 ਰਨ ਠੋਕੇ। ਇਹ ਉਹੀ ਇੰਗਲੈਂਡ ਹੈ ਜਿਹੜੀ 2015 ਦੇ ਵਰਲਡ ਕੱਪ ਦੇ ਵਿੱਚ ਬੰਗਲਾਦੇਸ਼ ਤੋਂ ਹਾਰ ਕੇ ਬਾਹਰ ਹੋ ਗਈ ਸੀ। ਉਦੋਂ ਬਾਅਦ ਫਿਰ ਗੱਲ ਇੰਨੀ ਦਿਲ ਤੇ ਲਾ ਗਏ, ਕਹਿੰਦੇ ਅੱਜ ਤੋਂ ਬਾਅਦ ਕ੍ਰਿਕਟ ਨਹੀਂ ਖੇਡਦੇ, ਕਹਿੰਦੇ ਬੈਟ ਬਾਲ ਖੇਡਣਾ ਵੀ ਖੁੱਲਣਾ ਬਸ, ਵੀ ਇਹ ਪਿੰਡਾਂ ਜਿਵੇਂ ਆਪਾਂ ਆਰ ਪਾਰ ਹੀ ਕਰਨਾ, ਵੀ ਮਾਰ ਕਿਉਂ ਨਹੀਂ ਰਿਹਾ ਯਾਰ ਤੂੰ, ਵੀ ਦਹਿਤਰੀ ਕਰਨੀ ਹੈ। ਕੁੱਲ ਮਿਲਾ ਕੇ ਬੰਦੇ ਵਰਲਡ ਕੱਪ ਵੀ ਜਿੱਤ ਰਹੇ ਹੈ, ਟੈਸਟ ਕ੍ਰਿਕਟ ਵੀ ਜਿੱਤ ਰਹੇ ਹੈ, ਵਨਡੇ ਮੈਚ ਵੀ ਜਿੱਤ ਰਹੀ ਹੈ। ਇਸ ਸਮੇਂ ਵਰਲਡ ਕਲਾਸ ਟੀਮ ਹੈ। ਇਹ ਤੋਂ ਪਹਿਲਾ ਰਿਕਾਰਡ ਬੱਚੋ ਸੀ ਆਪਣੇ ਆਸਟ੍ਰੇਲੀਆ ਦਾ। ਆਸਟ੍ਰੇਲੀਆ ਨੇ ਇੱਕ ਦਿਨ ਦੇ ਵਿੱਚ 496 ਰਨ ਮਾਰੇ ਹੋਏ ਸੀ। ਕਿਆ ਬਾਤ ਹੀ ਹੈ। ਇਹਨਾਂ ਨੇ ਮਾਰੇ ਸੀ, ਬਹੁਤ ਪੁਰਾਣਾ ਮੈਚ ਹੈ, ਸਾਊਥ ਅਫਰੀਕਾ ਦੇ ਵਿਰੁੱਧ ਮਾਰੇ ਸੀ। ਬਟ ਇੰਗਲੈਂਡ ਨੇ ਇੱਕ ਦਿਨ 'ਚ 500 ਰਨ ਬਣਾਤਾ। ਇਹ ਕਾਰਨਾਮਾ ਯਾਦ ਰੱਖਿਓ, ਇਹ ਲੇਟੈਸਟ ਪੁਆਇੰਟ ਹੈ, ਇਹਨੂੰ ਕਰੰਟ ਦੇ ਪਰਸਪੈਕਟਿਵ ਨਾਲ ਵੀ ਆਪਾਂ ਦੇਖ ਸਕਦੇ ਹਾਂ। ਫਿਰ ਆਹ ਬਿਮਾਰੀ ਦਾ ਬੱਚੋ ਆਪਾਂ ਜ਼ਿਕਰ ਮੇਰੇ ਹਿਸਾਬ ਨਾਲ ਤਾਂ ਆਪਾਂ ਐਟਲੀਸਟ ਚੌਥੀ 5ਵੀਂ ਵਾਰ ਕਰ ਰਹੇ ਹਾਂ ਵੀ ਭਾਈ ਇਸ ਦਿਨ ਦਾ ਥੀਮ, ਇਹ 1 ਦਸੰਬਰ ਨੂੰ ਜਿਹੜਾ ਦਿਨ ਬਣਾਇਆ ਜਾਂਦਾ ਹੈ ਇਹਦਾ ਥੀਮ ਕੀ ਹੈ। ਕਹਿੰਦੇ ਆਪਾਂ ਕਿਸੇ ਨੂੰ ਪਿੱਛੇ ਨਹੀਂ ਛੱਡਣਾ, ਇਕੁਅਲਾਈਜ਼, ਆ ਇਸ ਵਾਰ ਦਾ ਬੱਚੋ ਆਪਣਾ ਥੀਮ ਹੈ। ਸਭ ਤੋਂ ਵੱਡੀ ਗੱਲ ਕੀ ਹੈ? ਇਕੁਅਲਾਈਜ਼ ਦਾ ਮਤਲਬ ਇਹੀ ਹੈ ਵੀ ਬਿਮਾਰ ਬੰਦੇ ਨੂੰ, ਰੋਗੀ ਬੰਦੇ ਨੂੰ ਬਰਾਬਰ ਦਾ ਸਮਝੋ। ਰੋਗੀ ਬੰਦੇ ਨੇ ਜਿਹੜਾ ਪਹਿਲੀ ਬਿਮਾਰੀ ਨੇ ਕੀ ਹੈ ਜਕੜ ਲਿਆ, ਉੱਤੋਂ ਆਪਣੇ ਲੋਕ ਉਹਦੇ ਨਾਲ ਮਤਲਬ ਦੇਖਭਾਲ ਘੱਟ ਕਰਦੀ ਹੈ, ਜਾਂ ਆਪਾਂ ਕਹਿ ਦਈਏ ਉਹਦੇ ਕੋਲੇ ਘੱਟ ਜਾਂਦੀ ਹੈ, ਜਾਂ ਆਪਾਂ ਕਹਿ ਦਈਏ ਬਸ ਵੀ ਉਹਨੂੰ ਰੱਬ ਸਹਾਰੇ ਛੱਡ ਦਿੰਦੇ, ਮਰਦਾ ਮਰਨ ਦੇ। ਵੀ ਇਹ ਚੀਜ਼ ਬਿਮਾਰੀ ਕੋਈ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ, ਕਿਸੇ ਟਾਈਮ ਕਿਸੇ ਦੀ ਮਾੜਾ ਟਾਈਮ ਆ ਸਕਦਾ ਹੈ। ਵੀ ਸਾਥ ਦੇਣਾ ਸਿੱਖੋ, ਵੀ ਉਹਨੂੰ ਬਰਾਬਰ ਦਾ ਸਮਝੋ, ਬਰਾਬਰ ਰੱਖੋ। ਸਾਰਾ ਕੁਝ ਦੁਨੀਆ ਤੇ ਇਲਾਜ ਹੋ ਜਾਂਦਾ ਹੈ, ਸਮੇਂ ਸਿਰ ਇਲਾਜ ਕਰਾਓ, ਹਰ ਇੱਕ ਬਿਮਾਰੀ ਦਾ ਇਲਾਜ ਹੈ। ਤੇ ਕੁੱਲ ਮਿਲਾ ਕੇ ਬੱਚੋ ਇਹ ਵਰਲਡ ਏਡਸ ਡੇ ਦਾ ਇਸ ਵਾਰ ਦਾ ਥੀਮ ਕੀ ਹੈ? ਇਕੁਅਲਾਈਜ਼। ਬਾਕੀ ਇਸ ਦਿਨ ਦਾ ਨਾ ਤੁਹਾਨੂੰ ਵੀ ਪੁੱਛ ਸਕਦੇ ਆ, ਇੱਕ ਸਿੰਬਲ ਵੀ ਹੈ ਰੈੱਡ ਰੀਬਨ, ਆਹ ਤੁਹਾਨੂੰ ਪੱਕਾ ਪੁੱਛ ਸਕਦੇ ਆ ਵੀ ਰੈੱਡ ਰੀਬਨ ਸਿੰਬਲ ਇਹ ਕਿਸ ਇਵੈਂਟ ਦਾ ਹੈ, ਤਾਂ ਆਪਾਂ ਟਿਕ ਲਾਵਾਂਗੇ ਭਾਈ ਇਹ ਰੈੱਡ ਰੀਬਨ ਜਿਹੜਾ ਸਿੰਬਲ ਹੈ ਇਹ ਵਰਲਡ ਏਡਸ ਡੇ ਦਾ। ਇਸ ਨੂੰ ਆਪਸ਼ਨ ਦੇ ਦੇਣਗੇ ਰੈੱਡ ਰੀਬਨ, ਬਲੈਕ ਰੀਬਨ, ਵਾਈਟ ਰੀਬਨ ਜਾਂ ਬਟਰਫਲਾਈ। ਬਟਰਫਲਾਈ ਵੀ ਸਿੰਬਲ ਬਹੁਤ ਹੁੰਦੇ ਆ ਨਾ, ਤਿਤਲੀ ਸਿੰਬਲ ਦੇ ਦੇਣਗੇ, ਐਂ ਉਲਝਾ ਸਕਦੇ ਆ। ਯਾਦ ਰੱਖਿਓ ਵੀ ਰੈੱਡ ਰੀਬਨ ਬੱਚਿਓ ਇਹ ਥੀਮ ਕਿਹਦਾ ਹੈ? ਵਰਲਡ ਏਡਸ ਡੇ ਦਾ। ਬਾਕੀ ਤੁਹਾਨੂੰ ਪਤਾ ਹੀ ਹੈ ਵੀ ਇਹ ਪਬਲਿਕ ਹੈਲਥ ਕੰਪੇਨ ਜ਼ਿਆਦਾਤਰ ਬੱਚੇ ਕੌਣ ਚਲਾਉਂਦਾ ਹੈ? WHO। WHO ਲਗਭਗ 11 ਪਬਲਿਕ ਹੈਲਥ ਕੰਪੇਨ ਚਲਾਉਂਦਾ ਹੈ। ਇਹ ਦਿਨ ਵੀ ਫਿਰ WHO ਵੱਲੋਂ ਹੀ ਸੈਲੀਬ੍ਰੇਟ ਕੀਤਾ ਜਾਂਦਾ ਹੈ, ਜਿਵੇਂ ਵਰਲਡ ਮਲੇਰੀਆ ਡੇ, ਵਰਲਡ TB ਡੇ, ਹੈਪੇਟਾਈਟਿਸ ਡੇ, ਵਰਲਡ ਬਲੱਡ ਡੋਨਰ ਡੇ, ਨੋ ਟਬਾਕੂ ਡੇ, ਵਰਲਡ ਏਡਸ ਡੇ। ਇਹ ਸਾਰੇ ਜਿਹੜੇ ਬਿਮਾਰੀਆਂ ਠਮਾਰੀਆਂ ਜਿਹੜੇ ਦਿਨ ਹੈ ਇਹ ਭਾਈ ਕੌਣ ਬਣਾਉਂਦਾ ਹੈ? WHO ਹੀ ਬਣਾਉਂਦਾ ਹੈ। ਸਮਝ ਗਏ? ਸੋ ਗੁੱਡ ਪੁਆਇੰਟ ਹੈ, ਯਾਦ ਰੱਖਿਓ, ਲੇਟੈਸਟ ਪੁਆਇੰਟ ਹੈ ਕਰੰਟ ਦਾ। ਇਹ ਵੀ ਆਪਾਂ ਸਵਾਲ ਕਰੰਟ ਦੇ ਕਹਿ ਸਕਦੇ। ਚਲੋ ਆ ਵੀ ਸਵਾਲ ਆਪਾਂ ਕਰੰਟ ਦੇ ਕਹਿ ਸਕਦੇ ਹਾਂ ਕਿ ਸਰਕਾਰ ਨੇ ਬੜਾ ਜ਼ੋਰ ਲਾਇਆ, ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਹੈ, ਬੜੀ ਇੰਪਰੂਵਮੈਂਟ ਕੀਤੀ ਹੈ। ਸਮਝਦੇ ਕਾਹਦੇ ਵਿੱਚ? ਕਹਿੰਦੇ ਕਿ ਨਵਾਂ ਡਾਟਾ ਆਇਆ ਹੈ, ਕਹਿੰਦੇ ਇਹਦੇ ਵਿੱਚ MMR ਦਾ ਮਤਲਬ ਕੀ ਹੁੰਦਾ ਹੈ? ਮੈਟਰਨਲ ਮੋਰਟੈਲਿਟੀ ਰੇਸ਼ੋ, जे पर रेट भी कह दें हैं, मैटरनल मोर्टैलिटी रेट। इसका मीनिंग क्या होता है? पहली गल तो इसका मीनिंग ये होता है भी वूमेन्स दी नंबर ऑफ वूमेन, मैं यदि पहला डेफिनेशन लिख देना, अ नंबर ऑफ वूमेन
हू डाइज, जिस औरत दी बच्चों मौत हो जाती है, मौत कदों हो जाती है, हू डाइज ड्यूरिंग, ਜਾਂ ਤਾਂ ਉਹ ਮਦਰ, ਉਹ ਵੂਮਨ ਮਤਲਬ ਮਦਰ ਦੇ, ਇਹ ਮਦਰ ਦਾ ਕੀ ਅਸੀਂ ਪੜ੍ਹ ਰਹੇ ਹਾਂ ਮੈਟਰਨਲ, ਵੀ ਉਹ ਮਦਰ ਕੀ ਹੈ ਪ੍ਰੈਗਨੈਂਟ ਹੈ, ਵੀ ਉਹ ਮਤਲਬ ਮਦਰ ਬਣੇਗੀ ਆਉਣ ਵਾਲੇ ਟਾਈਮ ਦੇ ਵਿੱਚ, ਪ੍ਰੈਗਨੈਂਟ ਹੈ, ਜਾਂ ਡਿਊਰਿੰਗ ਆਪਾਂ ਕਹਿ ਦਿੰਦੇ ਆ ਡਿਲੀਵਰੀ, ਜਾਂ ਆਪਾਂ ਕਹਿ ਦਿੰਦੇ ਆ ਪ੍ਰੈਗਨੈਂਸੀ, ਜਾਂ ਆਪਾਂ ਕਹਿ ਦਿੰਦੇ ਆ ਡਿਲੀਵਰੀ, ਵੀ ਇਸ ਦੌਰਾਨ ਜੇਕਰ ਮਦਰ ਦੀ ਮੌਤ ਹੋ ਜੇ, ਉਹ ਮੌਤ ਫਿਰ ਕਾਊਂਟ ਕੀਤੀ ਜਾਂਦੀ ਹੈ ਮੈਟਰਨਲ ਮੋਰਟੈਲਿਟੀ ਰੇਸ਼ੋ ਦੇ ਵਿੱਚ। ਸਮਝ ਗਏ ਮੇਰੀ ਗੱਲ। ਪਰ ਇਹ ਵੀ ਯਾਦ ਰੱਖਣਾ ਹੈ, ਪਰ 1 ਲੱਖ ਬਰਥ, ਆ ਇੱਥੇ ਨਵੀਂ ਤੇ ਖਾਸ ਗੱਲ ਚੀਜ਼ ਹੈ, ਕਿਉਂਕਿ ਆਮ ਤੌਰ ਤੇ ਆਪਾਂ ਜਦੋਂ ਵੀ ਕਿਤੇ ਗੱਲ ਕਰਦੇ ਹੁੰਦੇ ਆ, ਆਪਾਂ ਪਰ 100 ਦੀ ਗੱਲ ਕਰਦੇ ਹੁੰਦੇ ਆ, ਪਰ 100। ਇਹ ਸਮਝ ਗਏ ਮੈਂ ਲਿਖਣ ਦਾ ਮਤਲਬ ਕੀ ਹੈ, ਵੀ ਮੰਨ ਲਓ 1 ਲੱਖ ਬੱਚੇ ਨੇ ਜਨਮ ਲਿਆ, 1 ਲੱਖ ਬੱਚੇ ਨੇ, ਤਾਂ ਉਹਦੇ ਬਾਅਦ ਆਪਾਂ ਦੇਖਦੇ ਵੀ MMR ਕਿੰਨਾ ਹੈ। ਜੇ ਨਹੀਂ ਸਮਝ ਆਇਆ ਹੁਣ ਆਪਾਂ ਸਮਝ ਲੈਣੇ ਆ, ਦੇਖੋ ਕੀ ਲਿਖਿਆ ਵੀ MMR ਕਿੰਨੀ ਹੈ 130 ਲੱਖ ਪਰ ਲਾਈਵ ਬਰਥ, 101 ਪਰ ਲਾਈਵ, 97 ਪਰ ਲਾਈਵ। ਇਹਦਾ ਆਨਸਰ ਹੈਗਾ ਪਹਿਲਾਂ 97। ਹੁਣ ਇਹਦਾ ਮਤਲਬ ਕੀ ਹੈ ਵੀ 1 ਲੱਖ ਬੱਚਿਆਂ ਨੂੰ ਜਨਮ ਦਿੰਦੇ ਹੋਏ ਆਪਣੇ ਮੁਲਕ ਦੇ ਵਿੱਚ 97 ਵੂਮਨਸ ਦੀ ਡੈਥ ਹੋ ਗਈ। ਇਹਦਾ ਮਤਲਬ ਇਹ ਹੋ ਗਿਆ ਪਰ 1 ਲੱਖ। ਜਦੋਂ ਆਪਾਂ ਹੁਣ ਡੈਥ ਤਾਂ ਬੱਚੇ ਦੀ ਵੀ ਹੋ ਸਕਦੀ ਹੈ, ਜਿਹਨੂੰ ਆਪਾਂ ਮਤਲਬ ਇਨਫੈਂਟ ਕਹਿ ਦਿੰਦੇ ਹਾਂ, ਉਹ ਹੁੰਦਾ ਹੈ ਇਨਫੈਂਟ ਮੋਰਟੈਲਿਟੀ ਰੇਟ, ਉਹ ਹੁੰਦਾ ਪਰ 1000 ਬਰਥ, ਇਹ ਪਰ ਲੱਖ ਹੈ। ਇੱਕ ਹੁੰਦਾ ਹੈ ਇਨਫੈਂਟ ਮੋਰਟੈਲਿਟੀ ਰੇਟ, ਉਹ ਕੀ ਹੁੰਦਾ ਪਰ 1000 ਬਰਥ ਹੁੰਦਾ ਹੈ। ਵੀ ਜੇਕਰ ਬੱਚੇ ਦੀ ਜਨਮ ਦੇ ਟਾਈਮ ਮੌਤ ਹੋ ਜੇ ਜਾਂ ਜਨਮ ਤੋਂ 1 ਸਾਲ ਦੇ ਅੰਦਰ ਮੌਤ ਹੋ ਜੇ ਤਾਂ ਉਹ ਹੁੰਦਾ IMR। IMR ਦਾ ਮਤਲਬ ਕੀ ਹੁੰਦਾ ਹੈ ਇਨਫੈਂਟ ਮੋਰਟੈਲਿਟੀ ਰੇਟ। ਇੱਥੇ ਮੈਟਰਨਲ ਹੈ। ਹੁਣ ਸਰਕਾਰ ਇਹ ਚੀਜ਼ ਦੀ ਬਹੁਤ ਇੰਪਰੂਵਮੈਂਟ ਕਰਦੀ ਹੈ, ਸਰਕਾਰ ਬਹੁਤ ਅਵੇਅਰਨੈਸ ਕੰਪੇਨ ਚਲਾਉਂਦੀ ਹੈ, ਘਰੇ ਆ ਕੇ ਪ੍ਰੈਗਨੈਂਟ ਵੂਮਨ ਨੂੰ ਦਵਾਈਆਂ ਮੈਡੀਸਨਾਂ ਦੇ ਕੇ ਜਾਂਦੀ ਹੈ, ਵਿਟਾਮਿਨ ਦੀਆਂ ਗੋਲੀਆਂ ਦੇ ਕੇ ਜਾਂਦੀ ਹੈ, ਆਇਰਨ ਦੀਆਂ ਗੋਲੀਆਂ ਦੇ ਕੇ ਜਾਂਦੀ ਹੈ, ਬਕਾਇਦਾ ਉਹਦਾ ਰਿਕਾਰਡ ਰੱਖਿਆ ਜਾਂਦਾ ਹੈ, ਜਾਗਰੂਕਤਾ ਫੈਲਾਈ ਜਾਂਦੀ ਹੈ ਵੀ ਡਿਲੀਵਰੀ ਘਰੇ ਕਰਨ ਵਾਲੇ ਸੋਚਣਾ ਵੀ ਨਹੀਂ, ਇਹ ਆਪਣੇ ਹੁਣ ਹਸਪੀਟਲ ਦੇ ਵਿੱਚ ਦਾਖਲ ਕਰਾਉਣੇ ਹੈ। ਇਹ ਚੀਜ਼ਾਂ ਆਪਾਂ ਨੂੰ ਅੱਜ ਸੁਣਨ ਚ ਐਂ ਲੱਗ ਸਕਦਾ ਵੀ ਇਹ ਕੀ ਦੱਸਣ ਵਾਲੀ ਗੱਲ ਹੈ, ਬਟ ਆਪਣੇ ਟਾਈਮਾਂ ਦੇ ਵਿੱਚ ਡਿਲੀਵਰੀ ਆਮ ਤੌਰ ਤੇ ਘਰੇ ਹੀ ਕਰਵਾਈ ਜਾਂਦੀ ਸੀ। ਪਿੰਡਾਂ ਦੇ ਵਿੱਚ ਜਿਹੜੇ ਦੂਰ ਦਰਾਡੇ ਪਿੰਡ ਹੈ, ਹੋ ਸਕਦਾ ਉੱਥੇ ਇਹ ਪਰੰਪਰਾਵਾਂ ਇਹ ਸਿਸਟਮ ਅੱਜ ਵੀ ਚੱਲੀ ਜਾਂਦਾ ਹੋਵੇ, ਤਾਂ 97 ਹੈ ਜੀ 97 ਆ ਜਾਂਦਾ। ਇਹ 'ਚ ਆਪਾਂ ਹੋਰ ਵੀ ਇੰਪਰੂਵ ਕਰ ਸਕਦੇ ਹਾਂ, ਬਟ ਆਲਰੇਡੀ ਆਪਾਂ ਬਹੁਤ ਵਧੀਆ ਇੰਪਰੂਵ ਕੀਤਾ ਹੈ। ਸਰਕਾਰ ਨੇ ਭਾਈ ਬਹੁਤ ਕੋਸ਼ਿਸ਼ ਕੀਤੀ ਹੈ, ਸੈਂਟਰ ਸਰਕਾਰ ਨੇ ਵੀ ਇਸ ਮਾਮਲੇ 'ਚ ਪਿਛਲੇ 20 ਸਾਲਾਂ ਦੇ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ। 20 ਸਾਲ ਹੋਏ ਘੱਟੋ ਘੱਟ ਆਪਾਂ ਨੂੰ ਇਸ ਚੀਜ਼ ਤੇ ਕੰਮ ਕਰਦਿਆਂ ਨੂੰ, ਠੀਕ ਹੈ ਨਾ। ਚਲੋ ਫਿਰ ਆ ਯਾਦ ਰੱਖਿਓ ਮੈਟਰਨਲ ਮੋਰਟੈਲਿਟੀ ਰੇਸ਼ੋ ਦੀ ਪ੍ਰੋਪਰ ਡੈਫੀਨੇਸ਼ਨ ਕਿਹੜੀ ਹੈ। ਚਲੋ ਜੀ, ਕਹਿੰਦੇ ਇਹਦੇ ਵਿੱਚੋਂ ਸਟੇਟਮੈਂਟਾਂ ਦੱਸੋ ਆਪਣੇ ਫੰਡਾਮੈਂਟਲ ਰਾਈਟਸ ਦੀਆਂ। ਬੜੇ ਚਿਰਾਂ ਬਾਅਦ ਯਾਰ ਫੰਡਾਮੈਂਟਲ ਰਾਈਟਸ ਦਾ ਸਵਾਲ ਲੈ ਕੇ ਆ ਰਹੇ ਹਾਂ। ਇਸ ਨੂੰ ਪਤਾ ਹੀ ਆਪਣੇ ਸੰਵਿਧਾਨ ਦਾ ਭਾਈ ਪਾਰਟ ਨੰਬਰ ਹੈਗਾ 3 ਤੇ ਕੁੱਲ ਮਿਲਾ ਕੇ ਟੋਟਲ ਆਰਟੀਕਲ ਹੈਗੇ ਹੈ 12 ਤੋਂ ਲੈ ਕੇ 35। ਲੈ ਫਿਰ ਦੱਸੋ, ਫਿਰ ਦੇਖਦੇ ਹਾਂ ਕਿਹੜਾ ਦੱਸਦਾ। ਕਹਿੰਦੇ ਇਹ ਪਾਰਟ ਆਪਣਾ ਹੈਗਾ ਐਨਫੋਰਸੀਏਬਲ, ਇਹਦੇ ਕਰਕੇ ਤਾਂ ਫਿਰ ਫੰਡਾਮੈਂਟਲ ਰਾਈਟ ਦੀ ਚੜ੍ਹਾਈ ਹੈ। ਯਾਦ ਹੈ ਆਰਟੀਕਲ ਨੰਬਰ 32 ਨੂੰ BR ਅੰਬੇਦਕਰ ਨੇ ਕੀ ਕਿਹਾ ਸੀ, ਹਾਰਟ ਐਂਡ ਸੋਲ ਆਫ ਦਾ ਕਨਸਟੀਟਿਊਸ਼ਨ। ਇਹ ਸਭ ਕੁਝ ਪੜਿਆ ਹੋਇਆ ਆਪਾਂ, ਪੂਰਾ ਬੇਸਿਕ ਲੈਵਲ ਤੋਂ ਪੜਿਆ ਹੋਇਆ ਨਾਲੇ, ਵੀ ਜੇਕਰ ਕਿਸੇ ਵੀ ਫੰਡਾਮੈਂਟਲ ਰਾਈਟ ਦੀ ਉਲੰਘਣਾ ਹੁੰਦੀ ਹੈ ਤਾਂ ਕਹਿੰਦੇ ਬੰਦਾ ਸਿੱਧਾ ਸੁਪਰੀਮ ਕੋਰਟ ਅਪਰੋਚ ਕਰ ਸਕਦਾ ਹੈ। ਬਾਈ ਜੀ ਬੰਦਾ ਕਹਿੰਦੇ ਜ਼ਰੂਰੀ ਨਹੀਂ ਵੀ ਸੁਪਰੀਮ ਕੋਰਟ ਵਿੱਚ ਹੀ ਜਾ ਸਕਦਾ ਹੈ, ਕਹਿੰਦੇ ਬੰਦਾ ਆਪਦੀ ਹਾਈ ਕੋਰਟ ਦੇ ਵਿੱਚ ਵੀ ਜਾ ਸਕਦਾ ਹੈ। ਅੰਡਰ ਆਰਟੀਕਲ 226 ਆਪਾਂ ਰੇਟਸ ਦੀ ਗੱਲ ਵੀ ਕਰਦੇ ਹੁੰਦੇ ਹਾਂ। ਫਿਰ ਕਹਿੰਦੇ ਇਹ ਇਮਿਊਨ ਹੈ ਅਮੈਂਡਮੈਂਟ, ਕਹਿੰਦੇ ਵੀ ਇਹਨੂੰ ਇਮਿਊਨਿਟੀ ਹੈ, ਵੀ ਆਪਾਂ ਇਹ ਚ ਅਮੈਂਡਮੈਂਟ ਨਹੀਂ ਕਰ ਸਕਦੇ। ਡਰਟੀ ਫੈਲੋਸ, ਅਮੈਂਡਮੈਂਟਾਂ ਤਾਂ ਆਪਾਂ ਆਪ ਕੀਤੀਆਂ। ਆਪਾਂ ਆਰਟੀਕਲ ਨੰਬਰ 21A ਇਹ ਐਡ ਨਹੀਂ ਕੀਤਾ, ਤੇ ਇਹ ਆਪਾਂ ਐਡ ਕੀਤਾ ਸੀਗਾ 86ਵੀਂ ਅਮੈਂਡਮੈਂਟ 2002 ਦੇ ਨਾਲ। ਇੱਕ ਆਪਾਂ ਹੋਰ ਪੜ੍ਹਦੇ ਹੁੰਦੇ ਆ ਆਪਾਂ ਆਰਟੀਕਲ ਨੰਬਰ 19(1)F, ਇਹਦੇ ਚ ਕੀ ਸੀਗਾ ਰਾਈਟ ਟੂ ਪ੍ਰੋਪਰਟੀ। ਆਪਾਂ ਰਾਈਟ ਟੂ ਪ੍ਰੋਪਰਟੀ ਨੂੰ ਕੀ ਕੀਤਾ, ਰਿਮੂਵ ਕਰਤਾ ਸੀ। ਆਪਾਂ ਰਾਈਟ ਟੂ ਪ੍ਰੋਪਰਟੀ ਨੂੰ ਬੱਚੋ ਰਿਮੂਵ ਨਹੀਂ ਕੀਤਾ, ਇਹ ਆਪਾਂ ਕਿਹੜੀ ਅਮੈਂਡਮੈਂਟ ਦੇ ਨਾਲ ਕੀਤਾ, 44ਵੀਂ ਅਮੈਂਡਮੈਂਟ 1978। ਤੇ ਆਪਾਂ ਅਮੈਂਡਮੈਂਟਾਂ ਕਰੀ ਤਾਂ ਜਾਂਦੇ ਆ, ਇਹ ਕਹਿੰਦੇ ਕਰ ਨਹੀਂ ਸਕਦੇ, ਫਿਰ ਕਹਿੰਦੇ ਆਪਾਂ ਸਾਰੇ ਹੀ ਸਸਪੈਂਡ ਕਰ ਸਕਦੇ ਹਾਂ। ਆਹ ਤਾਂ ਤੁਸੀਂ ਬੱਚਾ ਹੀ ਜਾਣਦਾ ਵੀ ਦੇਸ਼ 'ਚ ਕਿਹੋ ਜਿਹੇ ਮਰਜ਼ੀ ਹਾਲਾਤ ਹੋ ਜਾਣ ਬਾਈ ਜੀ, ਆਰਟੀਕਲ ਨੰਬਰ 20 ਤੇ ਆਰਟੀਕਲ ਨੰਬਰ 21 ਇਹ ਕਦੇ ਵੀ ਸਸਪੈਂਡ ਨਹੀਂ ਕੀਤੇ ਜਾ ਸਕਦੇ। ਸੋ ਕੁੱਲ ਮਿਲਾ ਕੇ ਇਹ ਉਹ ਪਾਰਟ ਹੈ
ਜਿਹੜਾ ਅਮਰੀਕਾ ਦੇ ਬਿੱਲ ਆਫ ਰਾਈਟਸ ਤੋਂ ਆਪਾਂ ਨੂੰ ਇਨਸਪੀਰੇਸ਼ਨ ਮਿਲੀ ਸੀ, ਅਮਰੀਕਾ ਤੋਂ ਕਹਿ ਦਿੰਦੇ ਆਪਾਂ ਤਾਂ ਹੀ ਵੀ ਇਹ ਲਏ ਹੈ। ਸੋ ਆਪਾਂ ਨੂੰ ਪੁੱਛਿਆ ਕਰੈਕਟ, ਤਾਂ ਆਂਸਰ ਆ ਗਿਆ A, one only। ਕਿਆ ਬਾਤ ਹੈ। ਲਓ ਵੀ ਇੱਕ ਸਟੇਟਮੈਂਟ ਫਿਰ ਆਪਣੀ ਹੋਰ ਬਣ ਜਾ ਰਹੀ ਹੈ। ਇਸ ਸਵਾਲ ਤੁਸੀਂ ਆਪੇ ਸੋਲਵ ਕਰ ਸਕਦੇ ਹੋ, ਮਾੜਾ ਜਿਹਾ ਸਾਈਡ ਤੇ ਹੋ ਜਾਣਾ, ਵੀਡੀਓ ਪੌਜ਼ ਕਰਕੇ ਸੋਲਵ ਕਰਿਓ। ਕਹਿੰਦੇ ਰਾਈਟ ਟੂ ਪ੍ਰਾਪਰਟੀ ਵਾਲਾ ਕਹਿੰਦੇ ਇਹ ਲੀਗਲ ਰਾਈਟ ਹੈ ਅੰਡਰ ਆਰਟੀਕਲ 300। ਹਾਂ ਜਮਾ ਸਹੀ ਹੈ, ਜੇ ਪ੍ਰਾਪਰਟੀ ਆਪਾਂ ਰੱਖ ਸਕਦੇ। ਮੈਂ ਕਹਿਣਾ ਰੱਖ ਕੀ ਯਾਰ, ਆਪਣੇ ਮੁਲਕ ਦੇ ਵਿੱਚ ਪਛਾਣ ਹੀ ਲੋਕ ਪ੍ਰਾਪਰਟੀਆਂ ਦੇ ਹਿਸਾਬ ਨਾਲ ਕਰਦੇ ਆ ਕਿ ਬੰਦੇ ਕੋਲੇ ਕਿੰਨੀ ਕੁ ਜਾਇਦਾਦ ਆ ਭਾਈ, ਫੇਰ ਹੀ ਰਿਸ਼ਤੇ ਹੁੰਦੇ ਆ। ਪਰ ਫੇਰ ਵੀ ਗਲਤ ਹੈ, ਆਈ ਨਾ ਕਿਤੇ ਮੂੰਹ 'ਚ ਪਾਣੀ ਲਿਆ, ਸਾਡੇ ਕੋਲੇ ਵਾਲੀ ਪ੍ਰਾਪਰਟੀ ਆ ਉਹਦੀ ਘਾਟ ਹੋ ਜੂ ਘਰੇ ਆ ਕੇ। ਇੱਥੇ ਕੀ ਪਾਇਆ ਆਰਟੀਕਲ 301, ਆਹੀ ਧਿਆਨ ਨਾਲ ਪੜ੍ਹਨਾ ਸੀ ਕਿਉਂਕਿ ਰਾਈਟ ਟੂ ਪ੍ਰਾਪਰਟੀ ਲੀਗਲ ਰਾਈਟ ਹੈ। ਇਹ ਆਰਟੀਕਲ 300A ਦੇ ਵਿੱਚ ਆ ਬੱਚਾ ਲੋਗ, ਇਹ 301 ਦੇ ਵਿੱਚ ਨਹੀਂ। ਫਿਰ ਕਹਿਣਾ ਆਰਟੀਕਲ 21 ਆ ਤਾਂ ਹੁਣ ਹੀ ਗੱਲ ਕਰਕੇ ਆਏ ਆਪਾਂ, ਆ ਪਿਆ 21A, ਇਹ ਆਪਣਾ ਐਜੂਕੇਸ਼ਨ ਵਾਲਾ ਹੈ। ਕਹਿੰਦੇ ਇਹਨੂੰ ਆਪਾਂ ਫੰਡਾਮੈਂਟਲ ਰਾਈਟ ਜੋੜਿਆ, ਸ਼ਸ ਜਮਾ ਸਹੀ ਹੈ ਤੇ ਕੁੱਲ ਮਿਲਾ ਕੇ ਸਹੀ ਪੁੱਛਿਆ। ਆਂਸਰ ਆਪਣਾ ਆ ਗਿਆ ਦੂਜਾ। ਹੁਣ ਜਦ ਐਜੂਕੇਸ਼ਨ ਦੇ ਆਪਾਂ ਫੰਡਾਮੈਂਟਲ ਡਿਊਟੀ ਚ ਪੜ੍ਹਦੇ ਹੁੰਦੇ ਆ, ਇੱਕ ਆਪਣਾ ਆਰਟੀਕਲ ਹੈਗਾ 51A ਕੇ, ਇੱਕ ਆਪਣਾ ਹੈਗਾ 21A। ਇਹ ਦੋਨੇ ਆਰਟੀਕਲ ਆਪਣੇ ਕੀ ਕਹਿੰਦੇ, ਧਿਆਨ ਨਾਲ ਸੁਣ ਲਓ। 51A ਕੀ ਕਹਿੰਦਾ ਹੈ ਵੀ ਜਿਹੜੇ ਤਾਂ ਪੇਰੈਂਟਸ ਹੈ, ਮਾਪੇ ਹੈ ਜਾਂ ਕੋਈ ਹੋਰ ਉਹਨਾਂ ਦਾ ਗਾਰਜੀਅਨ ਹੈ, ਜਿਹਨੂੰ ਆਪਾਂ ਗਾਰਡੀਅਨ ਕਹਿ ਦਿੰਦੇ ਆ, ਜਿਹੜਾ ਬੱਚਾ ਜਿਹਦੇ ਕੋਲ ਹੈ, ਕਹਿੰਦੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹਨਾਂ ਨੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਉਣੀ ਹੈ ਬਿਟਵੀਨ ਦਾ ਏਜ ਆਫ 6 ਐਂਡ 14। ਇੱਥੇ 21 ਚ ਕੀ ਹੈ, ਇਹ ਕਹਿੰਦੇ ਭਾਈ ਸਟੇਟ ਦੀ ਜ਼ਿੰਮੇਵਾਰੀ ਹੈ ਵੀ ਉਹਨਾਂ ਨੇ ਐਜੂਕੇਸ਼ਨ ਪ੍ਰੋਵਾਈਡ ਕਰਵਾਉਣੀ ਹੈ ਬਿਟਵੀਨ ਦਾ ਏਜ ਆਫ 6 ਐਂਡ 14। ਬਸ ਆਹੀ ਸਭ ਤੋਂ ਵੱਡਾ ਡਿਫਰੈਂਸ ਹੈ, ਇਹੀ ਆਪਾਂ ਯਾਦ ਰੱਖਣਾ। ਸੋ ਈਜੀ। ਚਲੋ ਫਿਰ ਲੈ ਵੀ ਇੱਕ ਕੁਐਸਚਨ ਹੋਰ ਆ ਗਿਆ ਫਿਰ ਪੋਲਿਟੀ ਦਾ, ਇਹਦੇ ਨਾਲ ਆਪਣਾ ਫੁੱਲ ਰਿਵੀਜ਼ਨ ਹੀ ਹੋ ਜਾਣੀ ਹੈ। ਥੋੜਾ ਜ਼ਿਆਦਾ ਬਰੀਕ ਨਹੀਂ ਲੱਗ ਰਿਹਾ? ਨਹੀਂ, ਬਹੁਤ ਵਧੀਆ ਸ਼ੋ ਹੋ ਰਿਹਾ ਹੈ। ਕਹਿੰਦੇ ਆਰਟੀਕਲ ਨੰਬਰ 72 ਦੇ ਵਿੱਚ ਕਹਿੰਦੇ ਰਾਸ਼ਟਰਪਤੀ ਕੋਲੇ ਨਾ ਮਾਫੀ ਵਾਲੀਆਂ ਪਾਵਰ ਹੈ। ਉਹ ਜਮਾ ਹੀ ਸਹੀ ਹੈ ਵੀ ਕਿਉਂਕਿ ਆਪਣੇ ਮੁਲਕ ਦੇ ਵਿੱਚ ਇੱਕ ਵਾਰ ਤਾਂ ਦੇਖੋ ਸਜ਼ਾ ਕਾਨੂੰਨ ਦੇ ਮੁਤਾਬਕ ਮਿਲਣੀ ਹੈ ਨਾ। ਮੰਨ ਲਓ ਮੈਥੋਂ ਮਰਡਰ ਹੋ ਗਿਆ ਗਲਤੀ ਨਾਲ, ਫਿਰ ਮੈਨੂੰ ਸਜ਼ਾ ਤਾਂ ਕਿਹੜਾ ਮਿਲੂਗੀ, ਉਮਰ ਕੈਦ, ਫਾਂਸੀ, ਕੁਛ ਮਰਜ਼ੀ ਕਹਿ ਲਓ। ਫਿਰ ਮੈਂ ਰਾਸ਼ਟਰਪਤੀ ਕੋਲੇ ਪਟੀਸ਼ਨ ਪਾਊਂਗਾ ਵੀ ਮੈਨੂੰ ਮਾਫ ਕਰ ਦਿਓ ਰਾਸ਼ਟਰਪਤੀ ਜੀ, ਮੈਥੋਂ ਬੰਦਾ ਗਲਤੀ ਨਾਲ ਮਰ ਗਿਆ, ਦੁਬਾਰੇ ਨਹੀਂ ਮਾਰਦਾ, ਮੈਂ ਕਿਹੜਾ ਪੇਸ਼ੇਵਰ ਕ੍ਰਿਮੀਨਲ, ਮੈਨੂੰ ਮਾਫ ਕੀਤਾ ਜਾਵੇ। ਫਿਰ ਮੈਨੂੰ ਮਾਫ ਕਰਨਗੇ। ਇਹ ਪਾਰਡਨਿੰਗ ਪਾਵਰ ਹੁੰਦੀ ਹੈ ਰਾਸ਼ਟਰਪਤੀ ਦੀ। ਬਟ ਪਾਵਰਾਂ ਰਾਸ਼ਟਰਪਤੀ ਕੋਲੇ ਬਾਹਲੀਆਂ ਹੁੰਦੀਆਂ, ਜਿਵੇਂ ਲੈਜਿਸਲੇਟਿਵ ਪਾਵਰ, ਐਗਜ਼ੀਕਿਊਟਿਵ ਪਾਵਰ, ਵਿਟੋ ਪਾਵਰ, ਸਭ ਪੜ੍ਹਦੇ ਹੁੰਦੇ ਆਪਾਂ। ਤੇ ਜੇ ਮੰਨ ਲਓ ਪੇਪਰ ਵਾਲੇ ਨੇ ਸਵਾਲ ਪੁੱਛਿਆ ਵੀ ਇਹ ਮਾਫੀ ਵਾਲੀ ਪਾਵਰ ਕਿਹੜੀ ਪਾਵਰ ਹੈ, ਤਾਂ ਆਪਾਂ ਟਿਕ ਲਾਵਾਂਗੇ ਇਹ ਹੁੰਦੀ ਹੈ ਵੀਰੋ ਐਗਜ਼ੀਕਿਊਟਿਵ ਪਾਵਰ। ਇਹ ਕੌਣ सी पावर है बच्चा लोग? एग्जीक्यूटिव पावर। समझ गए? सही है। फिर कहते राष्ट्रपति कहते सलाह लै सकता सुप्रीम कोर्ट तो, जिन्होंने आप कहने कदों मर्जी, एडवाइजरी जुरिस्डिक्शन 143। क्या बात है। फिर कहते आर्टिकल नंबर 360 कहते ये संबंधित है फाइनेंशियल एमरजेंसी नाल। क्या बात है। आर्टिकल नंबर 352 की पढ़िया आप, नैशनल एमरजेंसी। 356 की पढ़िया, स्टेट एमरजेंसी। फिर फाइनेंशियल एमरजेंसी जो पूछा अपने देश च किन्ने बार लगी है, घाटा, क्योंकि ये एमरजेंसी अज तक अपने देश च नहीं लगी। क्या बात है। ये एमरजेंसी पार्लीमेंट ने किन्ने टाइम अंदर अप्रूव करनी हुंदी है, 2 महीने के अंदर अप्रूव करनी हुंदी है। ये सारे पॉइंट याद कर लो। बिटर की झाकते हो। तो कहते आर्टिकल 148 तो 151 कहते ये पावर के फंक्शन अटॉर्नी जनरल ऑफ इंडिया। क्योंकि अटॉर्नी जनरल बच्चों अपने संविधान का आर्टिकल नंबर 76 है। आर्टिकल नंबर 76 की है, अटॉर्नी जनरल ऑफ इंडिया, जिन्होंने आप बच्चों की कहने हैं हाईएस्ट लॉ ऑफिसर ऑफ इंडिया। इत्थे आओ की आऊगा आर्टिकल 47, इत्थे आऊगा अपना कैग, जिन्होंने आप की कहने हैं कंट्रोलर एंड ऑडिटर जनरल, जिन्होंने अपने पर्स का रखवाला कहा जाता है। याद आ गया। गार्डियन ऑफ पब्लिक पर्स कहते हैं। अटॉर्नी जनरल नूं की कहती है हाईएस्ट लॉ ऑफिसर ऑफ इंडिया। कैग नूं की कहती है गार्डियन ऑफ पब्लिक पर्स। फिर कैग ऑडिट करता है, लीडरां दी करतूतां दी रिपोर्टां छापदा है भी ना काम थिआउंदा ते ना पैसा झब गए। फिर उहदे आधार ते ये रिपोर्ट बना के राष्ट्रपति नूं दिंदा है। फिर राष्ट्रपति रिपोर्ट पार्लीमेंट च लेके जांदा है।
ਫਿਰ ਪਾਰਲੀਮੈਂਟ ਵਿੱਚ ਕੈਗ ਦੀ ਰਿਪੋਰਟ ਕੌਣ ਪੜ੍ਹਦਾ ਹੈ? ਸਭ ਪੜਿਆ ਹੋਇਆ ਹੈ। ਇੱਕ ਕਮੇਟੀ ਬੈਠਦੀ ਹੈ PAC, ਪਬਲਿਕ ਅਕਾਊਂਟ ਕਮੇਟੀ। ਕੀ ਬਾਤ ਹੈ। ਤੇ ਆਪਾਂ ਨੂੰ ਪੁੱਛਿਆ ਕਰੈਕਟ ਏਕਾ ਦੂਕਾ ਤੇ ਤੀਕਾ। क्या बात है। कोई डाउट आ गया ना तो नीचे कमेंट सेक्शन में पूछ लो, फिर मैं आप खुद रिप्लाई कर दूंगा। ठीक है, चलो लो भी डेज ਦੇ ਨਾਲ ਫਿਰ ਸਮਾਪਤੀ ਕਰਨ ਜਾ ਰਹੇ ਹਾਂ। ਸਭ ਤੋਂ ਵੱਡਾ ਲੋਚਾ ਹੁੰਦਾ ਆਪਣੇ ਨਾਲ ਪੇਪਰ ਦੇ ਵਿੱਚ ਜਦੋਂ ਆਪਾਂ ਡੇ ਪੜ੍ਹਦੇ ਹੁੰਦੇ ਆ, ਇੱਕ ਤਾਂ ਵਰਲਡ ਲੈਵਲ ਤੇ ਇੱਕ ਆਪਣੇ ਇੰਡੀਆ ਲੈਵਲ ਤੇ। ਸੋ ਇਹ ਸਵਾਲ ਆਪਣਾ ਇਸੇ ਚੀਜ਼ ਨੂੰ ਡੀਲ ਕਰ ਰਿਹਾ ਭਾਈ। ਕਹਿੰਦੇ ਵਰਲਡ ਕੰਜ਼ਿਊਮਰ ਰਾਈਟ ਡੇ ਤੇ ਕਹਿੰਦੇ ਨੈਸ਼ਨਲ ਕੰਜ਼ਿਊਮਰ ਡੇ ਹੈ। ਤੇ ਕੁੱਲ ਮਿਲਾ ਕੇ ਫਿਰ ਦੱਸ ਦੋ ਫਿਰ ਕਹਿੰਦੇ ਦਿਨ ਕਿੱਦੇ ਕਿੱਦੇ ਬਣਾਈ ਜਾਂਦੀ ਹੈ। ਫਸ ਗਈ ਨਾ ਗਰਾਰੀ, ਕਿਉਂਕਿ ਦੋਨੇ ਹੀ ਗਲਤ ਹੋ ਗਏ। ਕਿਉਂ ਗਲਤ ਹੋ ਗਏ? ਕਿਉਂਕਿ ਦੋਨੇ ਇੰਟਰਚੇਂਜ ਕਰਤੇ। ਜਿਹੜਾ ਵਰਲਡ ਕੰਜ਼ਿਊਮਰ ਰਾਈਟ ਡੇ ਹੈ ਇਹ ਬਣਾਇਆ ਜਾਂਦਾ 15 ਮਾਰਚ ਨੂੰ ਤੇ ਆਹ ਬਣਾਇਆ ਜਾਂਦਾ ਆਪਣੇ ਵਾਲਾ। ਆਪਣੇ ਵਾਲਾ ਆਪਾਂ ਦਸੰਬਰ 'ਚ ਕਿਉਂ ਬਣਾਉਣੇ ਆ? ਕਿਉਂਕਿ ਇਸੇ ਦਿਨ ਹੀ ਆਪਣਾ ਨੈਸ਼ਨਲ ਪ੍ਰੋਟੈਕਸ਼ਨ ਕੰਜ਼ਿਊਮਰ ਐਕਟ ਆਇਆ ਸੀਗਾ। ਨੈਸ਼ਨਲ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਆਇਆ ਸੀ 1986 ਦੇ ਵਿੱਚ। ਤਾਂ ਆਪਾਂ ਆਪਦੇ ਦੇਸ਼ 'ਚ ਬਣਾਉਣੀ ਹੈ 24 ਦਸੰਬਰ, ਗ੍ਰਾਹਕ ਰਾਜਾ ਹੈ। ਫਿਰ ਆਪਣਾ ਆ ਗਿਆ ਭਾਈ ਡੇ। ਇਹ ਭਾਈ ਉਹ ਨਹੀਂ ਹੈਗਾ ਜਿਹੜਾ ਆਪਾਂ ਕਹਿੰਦੇ ਨੇ ਵੀ ਭਾਈ ਗੱਲ ਸੁਣੀ। ਇਹ ਭਾਈ ਕਿਹੜਾ ਗਾ? ਬਾਹਲਾ ਸੌਖਾ ਯਾਦ ਕਰਨਾ ਬਈ ਓਏ। ਮੇਰੇ ਹਿਸਾਬ ਨਾਲ ਇਹ ਇਕਲੌਤਾ ਡੇ ਹੈ ਜਿਹੜਾ ਤੁਸੀਂ ਇਹ ਕਲਾਸ ਦੇ ਵਿੱਚ ਹੀ ਯਾਦ ਕਰ ਸਕਦੇ ਹੋ ਜੇ ਤੁਸੀਂ ਇੱਥੋਂ ਤੱਕ ਪਹੁੰਚੇ ਹੋਵੋ ਤਾਂ। ਕਿਉਂਕਿ ਪਾਈ ਦੀ ਵੈਲਿਊ ਕਿੰਨੀ ਹੁੰਦੀ ਹੈ ਮੈਥ ਦੇ ਵਿੱਚ? 3.14। ਤੇ ਤੀਜਾ ਕੀ ਹੈ? ਮਾਰਚ। ਤੀਜਾ ਮਹੀਨਾ ਕਿਹੜਾ? ਮਾਰਚ। ਤੇ 14 ਕੀ ਹੈ? ਤਰੀਕ। ਸੋ ਬਣ ਗਿਆ ਨਾ 14 ਮਾਰਚ ਭਾਈ ਡੇ। ਤਾਂ ਕਰਕੇ ਕਈ ਵਾਰੀ ਆਪਾਂ ਪਾਈ ਡੇ ਨੂੰ ਬੱਚੋ ਆਪਾਂ ਹੁਣ ਪਾਈ ਕਾਹ 'ਚ ਹੁੰਦੀ ਹੈ? ਹੁਣ ਪਾਈ ਆਪਣੇ ਬਾਇਓਲੋਜੀ 'ਚ ਤਾਂ ਹੁੰਦੀ ਨਹੀਂ, ਨਾ ਹੀ ਆਪਣੇ ਇਹ ਆਪਣੇ ਕੰਪਿਊਟਰ 'ਚ ਤੇ ਨਾ ਹੀ ਆਪਣੇ ਇਹ ਫਿਜ਼ਿਕਸ 'ਚ ਆਪਣੀ ਹੁੰਦੀ ਹੈ ਮੈਥ ਵਿੱਚ। ਸੋ ਇਹਨੂੰ ਆਪਾਂ ਇੰਟਰਨੈਸ਼ਨਲ ਡੇ ਆਫ ਮੈਥੇਮੈਟਿਕਸ ਕਹਿ ਦਿੰਦੇ ਹਾਂ। ਸੋ ਪਾਈ ਦਾ ਵਾਸਤਾ ਆਪਣੇ ਨਾਲ ਪੈਂਦਾ ਮੈਥ ਦੇ ਵਿੱਚ। ਸੋ ਇਹ ਵੀ ਆਪਾਂ ਯਾਦ ਕਰ ਸਕਦੇ ਹਾਂ। ਫਿਰ ਵਰਲਡ ਸਪੈਰੋ ਡੇ ਆ ਗਿਆ। ਉਹ ਤਾਂ ਡਾਈ ਦਿੱਤਾ, ਇੱਥੇ ਲਿਖਿਆ ਹੀ ਨਹੀਂ, ਮੈਂ ਲਿਖ ਦੇਣਾ 20 ਮਾਰਚ। ਵਰਲਡ ਸਪੈਰੋ ਡੇ ਹੁੰਦਾ ਬੱਚੋ ਚਿੜੀ ਉੱਡ ਕਾਂ ਉੱਡ। ਆਪਣੇ ਬਚਪਨ ਦੀ ਸਭ ਤੋਂ ਸਿਰਾ ਤੇ ਸਸਤੀ ਖੇਡ। ਸਾਰੇ ਖੇਡੇ ਹੋਣਗੇ ਤੁਸੀਂ ਮੇਰੇ ਹਿਸਾਬ ਨਾਲ। ਜਿਹਦੇ ਸਿਰ ਬਾਰੀ ਆ ਜਾਂਦੀ ਸੀ ਉਹਦਾ ਤਾਂ ਮਰਨ ਹੋ ਜਾਂਦਾ ਸੀ। ਬਾਲੀ ਭੈੜੀ ਹੁੰਦੀ ਸੀ। ਚਿੜੀ ਉੱਡ ਕਾਂ ਉੱਡ ਆਪਣੀ ਫੇਵਰੇਟ ਗੇਮ ਸੀ। ਆਪਾਂ ਤਾਂ ਗਾਵਾਂ ਵੀ ਡਾਲਦੇ ਸੀ, ਗਾਂ ਉੱਡ ਬਲਦ ਉੱਡ। ਬੜਾ ਘੈਂਟ ਗੇਮਾਂ ਸੀ ਹਨਾ, ਸਸਤੀਆਂ ਸੀਗੀਆਂ ਭਾਈ। ਤੇ ਕੁੱਲ ਮਿਲਾ ਕੇ ਆਪਾਂ ਫਿਰ ਦੇ ਦੱਸਣੇ ਆ। ਤੇ ਮੇਰੇ ਹਿਸਾਬ ਨਾਲ ਫਿਰ ਅੱਜ ਦਾ ਸਾਰਾ ਸੈਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਗਏ ਹੋਵੋਗੇ। ਜੋ ਕੋਈ ਪੁਆਇੰਟ ਲੱਗਦਾ ਵੀ ਨਵਾਂ ਹੈ ਇਹ ਨੋਟ ਕਰਨ ਵਾਲਾ ਹੈ। ਕਿਉਂਕਿ ਆਪਣੇ ਕੰਟੈਂਟ ਦੀ ਖਾਸ ਗੱਲ ਕੀ ਹੈ? ਉਹ ਪੰਜਾਬੀ 'ਚ ਨਹੀਂ ਕਹਿੰਦੇ ਆਪਾਂ ਤੋਂ ਬਾਹਲੀ ਖੱਚ ਜੀ ਨਹੀਂ ਵੱਢੀ ਜਾਂਦੀ ਕਿ ਦਿਨ ਰਾਤ ਨੂੰ ਕਮਲ ਕੁੱਟੀ ਚੱਲ ਗਏ ਆਪਾਂ ਤੇ ਵਿੱਚੋਂ ਉਹਦੇ ਗੱਲ ਤੰਤ ਦੀ ਇੱਕ ਵੀ ਨਾ ਹੋਵੇ। ਚੱਕ ਦੀ ਕਲਾਸ ਇੱਕ ਆ ਜਾਏ 2 ਦਿਨਾਂ ਬਾਅਦ, ਪਰ ਉਹ ਇਹੋ ਜਿਹੀ ਕਲਾਸ ਹੋਣੀ ਚਾਹੀਦੀ ਹੈ ਜਿੱਥੇ ਆਪਾਂ ਨੂੰ ਪੇਪਰ ਦੇ ਵਿੱਚ ਉਹ ਸਵਾਲ ਮਿਲ ਜੇ। ਪੜ੍ਹਾਈ ਐਸੀ ਕਰਨੀ ਚਾਹੀਦੀ ਹੈ। ਤਾਂ ਕਰਕੇ ਆਪਾਂ ਕਹਿ ਦਿੰਦੇ ਹਾਂ ਵੀ ਆਪਣੇ ਇਹ ਕੰਟੈਂਟ ਦੀ ਸਭ ਤੋਂ ਵੱਡੀ ਖਾਸੀਅਤ ਹੀ ਇਹ ਹੈ। ਸਮਝ ਗਏ ਮੇਰੀ ਗੱਲ? ਵੀ ਤੁਸੀਂ ਐਗਜ਼ਾਮ ਕਰੈਕ ਕਰ ਲਓਗੇ। ਚਲੋ ਠੀਕ ਹੈ, ਫਿਰ ਵੇਟ ਕਰਦੇ ਹਾਂ ਆਪਾਂ ਵਧੀਆ ਨੋਟੀਫਿਕੇਸ਼ਨਸ ਦੀ। ਫਿਰ ਉਹਦੇ ਅਕੋਰਡਿੰਗ ਆਪਾਂ ਹੋਰ ਵੀ ਵਧੀਆ ਤਰੀਕੇ ਨਾਲ ਤਿਆਰੀ ਕਰਾਂਗੇ। ਖਾਸ ਕਰਕੇ ਪੰਜਾਬ GK ਵੀ ਆਪਾਂ ਸਟਾਰਟ ਕਰਨੀ ਹੈ। ਠੀਕ ਹੈ ਨਾ? ਚਲੋ ਠੀਕ ਹੈ ਬੱਚੋ, ਫਿਰ ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।